त्रिलोचन सिंह सूंड जिहड़े कि 2 बार इत्थों विधायक रह चुके हैं उन्होंने की है क्योंकि पार्टी ने उन्होंने हाईकमान ने उन्होंने टिकट दी सी, लेकिन उस टिकट के दावेदारी के चल रहे सन कमलजीत सिंह बंगा। ते विधान सभा हल्का बंगा विच सीएम साहब आए, उन्होंने भी मिले बहुत वधिया तरीके नाल। भी सर मैं जिहड़ा विधान सभा हल्का बंगा तो जिहड़ी आ इस बार दी इलैक्शन लड़नी चाहुंदा आ। श्री हुसन लाल जी जो प्रिंसीपल सैकटरी सन विच उन्हों दा माइंड बन गया भी असीं विधान सभा हल्का बंगा तो इलैक्शन लड़ांगे। सो मेरी भी सीएम साहब नाल गलबात हुई, गुरजीत राणा जी मिनिस्टर सन, उन्होंने साडी मीटिंग करवाई भी नहीं भी तुसीं हुसन लाल जी का साथ देवो तो तुहानूं किते होर एडजस्ट करांगे। पता नहीं अचानक की होया जिस टाइम उन्होंने ये आख्या भी चौधरी त्रिलोचन सिंह सूंड जी हुणी दस्सिया आख्या भी मैं बंगा तो इलैक्शन नहीं लड़ांगा, क्योंकि सीएम साहब चाहुंदे सन भी प्रिंसीपल सैकटरी हुसन लाल जी उन्होंने इत्थों बंगा हल्के तो इलैक्शन लड़ाई जाएगी। पर यह कहा भी तुसीं चौधरी त्रिलोचन सिंह सूंड जी उन्होंने कहा भी तुसीं फगवाड़ा जाओ, फगवाड़ा देखो तुहानूं फगवाड़े तो इलैक्शन लड़ावांगे। और चौधरी त्रिलोचन सिंह सूंड उस दरम्यान ही अपना जिहड़ा काम कार आ फगवाड़े हल्के वाल उन्होंने झुका हो गया, उत्थे जाके वो काम करन लग पे, पिंडां 'च मीटिंगां भी करन लग पे। प्रिंसीपल सैकटरी साहब हुसन लाल जी उन्होंने नाल दिन रात एक की मेहनत की ਅਤੇ ਵਿੱਚ ਹੀ ਉਹਨਾਂ ਦਾ ਸਾਨੂੰ ਪਤਾ ਲੱਗਾ ਵੀ ਉਹਨਾਂ ਦਾ ਥੋੜ੍ਹਾ ਜਿਹਾ ਮਾਈਂਡ ਚੇਂਜ ਹੋ ਗਿਆ। ਪ੍ਰਿੰਸੀਪਲ ਸੈਕਟਰੀ ਸਰਦਾਰ ਹੁਸਨ ਲਾਲ ਜੀ ਕਹਿੰਦੇ ਵੀ ਅਸੀਂ ਇਲੈਕਸ਼ਨ, ਸਾਨੂੰ ਜਿੱਦਾਂ ਪਤਾ ਲੱਗਾ ਸਿੱਧੀ ਉਹਨਾਂ ਨਾਲ ਗੱਲ ਤਾਂ ਨਹੀਂ ਹੋਈ, ਪਰ ਉਹਨਾਂ ਨੇ ਆਖਿਆ ਵੀ ਮੈਂ ਇਲੈਕਸ਼ਨ ਇੱਥੋਂ ਨਹੀਂ ਲੜਨੀ। ਪਿੰਡਾਂ ਵਿੱਚ ਜਿੱਦਾਂ ਸਰਵੇ ਵਾਲੀਆਂ ਟੀਮਾਂ ਜਦੋਂ ਆਉਂਦੀਆਂ ਤਾਂ ਪਿੰਡਾਂ 'ਚ ਸਰਵੇ ਕਰਦੀਆਂ ਵੀ ਇਸ ਹਲਕੇ ਵਿੱਚ ਕਿਹੜੇ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ। ਜਿਹੜੀ ਤੁਹਾਡੀ ਨਾਰਾਜ਼ਗੀ ਹੈ ਉਹ ਹਾਈ ਕਮਾਂਡ ਨਾਲ ਇਸ ਗੱਲ ਕਰਕੇ ਹੈ ਕਿ ਤੁਹਾਡੀ ਟਿਕਟ ਕੱਟੀ ਗਈ ਜਾਂ ਫਿਰ ਜਿਹੜੀ ਟਿਕਟ ਉਸ ਸ਼ਖਸ ਨੂੰ ਦਿੱਤੀ ਗਈ ਹੈ ਜਿਹੜੇ ਦਾਅਵੇਦਾਰੀ ਵਿੱਚ ਦੱਸਗਾ ਲੇਕਿਨ ਉਹ ਪਿੱਛੇ ਹਟ ਗਿਆ, ਪਿੱਛੇ ਹਟ ਚੁੱਕਾ ਸੀਗਾ, ਉਹਨੂੰ ਟਿਕਟ ਦੇ ਹੁਣ ਜਿਹੜੀ ਦੇ ਦਿੱਤੀ ਗਈ ਹੈ। ਹਾਈ ਕਮਾਂਡ ਨਾਲ ਨਾਰਾਜ਼ਗੀ ਇਹ ਆ ਵੀ ਅਸੀਂ ਪਹਿਲਾਂ ਹਾਈ ਕਮਾਂਡ ਨੂੰ ਕਾਫੀ ਉੱਪਰਲੇ ਲੈਵਲ ਤੱਕ ਮੈਂ ਜਾ ਕੇ ਦਿੱਲੀ ਵੀ AICC ਦੇ ਆਫਿਸ ਜਾ ਕੇ ਵੀ ਤੁਹਾਡੀ ਜਿਹੜੀ ਟਿਕਟ ਕੱਟੀ ਗਈ ਜਦੋਂ ਇਹ ਪਤਾ ਲੱਗ ਗਿਆ ਵੀ ਸੂੰਡ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ ਆ ਕਿ ਤੁਸੀਂ ਹਾਈ ਕਮਾਂਡ ਨਾਲ ਟਾਈ ਅਪ ਕੀਤਾ ਵੀ ਇਹ ਗੱਲ ਜਿਹੜੀ ਸਾਡੇ ਨੂੰ ਭਰੋਸਾ ਪਹਿਲਾਂ ਦਿੱਤਾ ਗਿਆ ਸੀ, ਸਾਡੇ ਸਰਵੇਖਣ ਵੀ ਕੀਤਾ ਗਿਆ, ਸਾਡਾ ਨਾਮ ਆ ਰਿਹਾ ਸੀ, ਪਾਈਪਲਾਈਨ ਸੀਗਾ, ਫਿਰ ਕਿਉਂ ਸਾਨੂੰ ਇਗਨੋਰ ਕੀਤਾ ਗਿਆ? ਸਰਵੇ ਟੀਮਾਂ ਸੀ ਜਾਂ ਲੋਕਾਂ ਵੱਲੋਂ ਜੋ ਹੰਗਾਰਾ ਪਿੰਡਾਂ 'ਚ ਮਿਲਦਾ ਸੀ ਉਹਦੇ ਅਕੋਰਡਿੰਗਲੀ ਜਿਹੜੀ ਟਿਕਟ ਮੇਰੀ ਪੱਕੀ ਬਣਦੀ ਸੀ। ਤੇ ਫੋਨ ਵੀ ਕਰੀਦਾ ਸੀ ਵੱਡੇ ਲੀਡਰ ਨੂੰ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਖਦੇ ਸੀ ਵੀ ਤੁਹਾਡਾ ਹੀ ਨੰਬਰ ਹੈ, ਤੁਹਾਡਾ ਜਿਹੜੀ ਪੈਨਲ ਦੇ ਵਿੱਚ ਤੁਹਾਡਾ ਸਭ ਤੋਂ ਨਾਮ ਉੱਪਰ ਹੈ। ਹਾਈ ਕਮਾਂਡ ਨੇ ਇੰਨੇ ਮਹਿੰਗੀਆਂ ਕੰਪਨੀਆਂ ਦੇ ਜਿਹੜੇ ਵਰਕਰ ਸੀ ਉਹ ਰੱਖੇ ਹੋ ਸੀ ਇੱਥੇ ਸਰਵੇ ਦੇ ਲਈ ਟੀਮਾਂ ਭੇਜੀਆਂ ਹੋਈਆਂ ਸੀ। ਇੰਨਾ ਕਰੋੜਾਂ ਰੁਪਈਆ ਲਾਉਣ ਦਾ ਕੀ ਫਾਇਦਾ ਜੇ ਆਪਾਂ ਉਹਨਾਂ ਮੁਤਾਬਕ ਉਹ ਚੱਲਣਾ ਹੀ ਨਹੀਂ। ਪੰਜਾਬ ਅੰਦਰ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਇਲੈਕਸ਼ਨ ਹੈ 20 ਫਰਵਰੀ ਨੂੰ ਹੋਣ ਜਾ ਰਹੀ ਹੈ ਔਰ ਉਹਦੀ ਨੋਮੀਨੇਸ਼ਨ ਦੀ ਅੱਜ ਆਖਰੀ ਤਰੀਕ ਜਿਹੜੀ ਆ ਖਤਮ ਹੋ ਚੁੱਕੀ ਹੈ ਔਰ ਇਹਦੇ ਵਿੱਚ ਬਹੁਤ ਸਾਰੀਆਂ ਨਾਮਜ਼ਦਗੀਆਂ ਜਿਹੜੀਆਂ ਕੀਤੀਆਂ ਗਈਆਂ। ਜੇ ਆਪਾਂ ਗੱਲ ਕਰੀਏ ਬੰਗਾ ਹਲਕਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜੀ ਨੋਮੀਨੇਸ਼ਨ ਹੈ ਉਹ त्रिलोचन सिंह सूंड ਜਿਹੜੇ ਕਿ 2 ਵਾਰ ਇੱਥੋਂ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੇ ਕੀਤੀ ਹੈ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਹਾਈ ਕਮਾਂਡ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ, ਲੇਕਿਨ ਉਸ ਟਿਕਟ ਦੇ ਵਿੱਚ ਦਾਅਵੇਦਾਰੀ ਦੇ ਵਿੱਚ ਚੱਲ ਰਹੇ ਸਨ ਕਮਲਜੀਤ ਸਿੰਘ ਬੰਗਾ ਜਿਨ੍ਹਾਂ ਨੇ ਕਿ ਬੰਗਾ ਹਲਕੇ ਦੇ ਵਿੱਚ ਕਾਫੀ ਵਿਕਾਸ, ਕਾਫੀ ਸਮਾਜ ਸੇਵੀ ਦੇ ਕੰਮ ਕੀਤੇ ਨੇ ਔਰ ਕਾਫੀ ਲੰਮੇ ਸਮੇਂ ਤੋਂ ਆਪਣੀ ਪਾਰਟੀ ਨਾਲ ਜੁੜੇ ਹੋਏ ਸੀ। ਇਹਨਾਂ ਦੀ ਟਿਕਟ ਕੱਟੀ ਗਈ ਆ, ਕੀ ਕਾਰਨ ਹੈ, ਕੀ ਟਿਕਟ ਜਿਹੜੀ ਇਹਨਾਂ ਦੀ ਕੱਟੀ ਗਈ ਔਰ ਅੱਜ ਇਹਨਾਂ ਨੇ ਜਿਹੜੀ ਆ ਆਪਣੀ ਨਾਮਜ਼ਦਗੀ ਜਿਹੜੀ ਆਜ਼ਾਦ ਉਮੀਦਵਾਰ ਤੌਰ ਤੇ ਭਰੀ ਹੈ। ਸਾਡੇ ਨਾਲ ਨੇ ਕਮਲਜੀਤ ਸਿੰਘ ਬੰਗਾ ਸਾਹਿਬ, ਜਿਹੜੀ ਹੈ ਤੁਹਾਡੀ ਉਮੀਦਵਾਰੀ ਦੀ ਲਿਸਟ ਵਿੱਚ ਪਾਈਪਲਾਈਨ 'ਚ ਨਾਂ ਸੀ, ਤੁਹਾਡੀ ਟਿਕਟ ਕੱਟੀ ਗਈ ਔਰ ਤੁਸੀਂ ਆਜ਼ਾਦ ਤੌਰ ਤੇ ਫਾਰਮ ਭਰੇ ਨੇ, ਕੀ ਗੱਲ ਹੋਈ? ਰਤੂ ਸਾਹਿਬ ਜੀ ਧੰਨਵਾਦ ਪਹਿਲਾਂ ਤਾਂ ਪੰਜਾਬ ਨੇਸ਼ਨ TV ਦਾ। ਤੁਹਾਨੂੰ ਪਤਾ ਹੀ ਆ ਜਿਵੇਂ ਤੁਸੀਂ ਕਾਫੀ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ, ਕਾਫੀ ਤੁਸੀਂ ਸਾਡੇ ਵਿਚਾਰ ਕਈ ਵਾਰ ਅੱਗੇ ਵੀ ਇੰਟਰਵਿਊ ਲੈ ਚੁੱਕੇ ਆ। ਗੱਲ ਇਹ ਆ ਵੀ ਜਦੋਂ ਪਾਰਟੀਆਂ ਦੇ ਨਾਲ ਹੀ ਇੱਕ ਇਨਸਾਨ ਹੁੰਦਾ ਆ, ਪਾਰਟੀ ਦੇ ਨਾਲ ਹੀ ਵਰਕਰ ਹੁੰਦਾ ਆ। ਜਿਵੇਂ ਕਾਂਗਰਸ ਪਾਰਟੀ ਵੱਲੋਂ ਮੈਂ ਪਿੰਡ ਦੇ ਐਜ ਏ ਸਰਪੰਚ ਦੇ ਤੌਰ 'ਤੇ ਆਪਣਾ ਜਿਹੜਾ ਪੋਲੀਟਿਕਸ ਦੇ ਵਿੱਚ ਕਦਮ ਅੱਗੇ ਵਧਾਇਆ। ਸਰਪੰਚੀ ਤੋਂ ਬਾਅਦ ਫਿਰ ਅਸੀਂ ਬਲਾਕ ਸੰਮਤੀ ਇਲੈਕਸ਼ਨ ਵੀ ਲੜਿਆ, ਉਹ ਵੀ ਕਾਂਗਰਸ ਪਾਰਟੀ ਦੇ ਵੱਲੋਂ ਹੀ ਲੜਿਆ ਔਰ ਕਾਂਗਰਸ ਪਾਰਟੀ ਨੇ ਹੀ ਵਾਈਸ ਚੇਅਰਪਰਸਨ ਵੀ ਬਣਾਇਆ ਮੇਰੀ ਵਾਈਫ ਨੂੰ। ਉਸ ਤੋਂ ਬਾਅਦ ਜਿਵੇਂ ਜਿਵੇਂ ਇਨਸਾਨ ਚਲੋ ਕੰਮ ਕਰਦਾ ਜਾਂ ਪਾਰਟੀ ਉਸ ਨੂੰ ਵਰਕਰ ਨੂੰ ਦੇਖਦੀ ਵੀ ਕੰਮ ਮਿਹਨਤੀ ਆ ਜਾਂ ਵਧੀਆ ਕਰ ਰਿਹਾ, ਉਸੇ ਤਰ੍ਹਾਂ ਹੀ ਪਾਰਟੀ ਉਹਨੂੰ ਅਹੁਦਾ ਦੇ ਕੇ ਕੋਈ ਨਾ ਕੋਈ ਅਹੁਦੇ ਜਾਂ ਪਾਰਟੀ ਦੇ ਵਿੱਚ ਕੋਈ ਨਾ ਕੋਈ ਜਗ੍ਹਾ 'ਤੇ ਐਡਜਸਟ ਕਰਦੀ ਆ। ਸੋ ਉਹਨਾਂ ਨੇ ਫਿਰ ਇਸੇ ਤਰ੍ਹਾਂ ਮੈਨੂੰ ਅਗਲਾ ਜਿਹੜਾ ਇਲੈਕਸ਼ਨ ਸੀ
ਜ਼ਿਲ੍ਹਾ ਪ੍ਰੀਸ਼ਦ ਦਾ ਵੀ ਲੜਾਇਆ ਪਾਰਟੀ ਵੱਲੋਂ, ਔਰ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਉਹ ਲੜਿਆ, ਔਰ ਕਾਫੀ ਵੱਡੇ ਮਾਰਜਨ ਨਾਲ ਮੈਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਆ ਉਹ ਇਲੈਕਸ਼ਨ ਜਿੱਤੀ। ਹਾਲਾਂਕਿ ਉਸ ਟਾਈਮ ਸਾਡੇ ਹਲਕਾ ਇੰਚਾਰਜ ਸਰਦਾਰ ਸਤਵੀਰ ਸਿੰਘ ਪੱਲੀ ਝਿੱਕੀ ਸਨ। ਉਸ ਤੋਂ ਬਾਅਦ ਸਮੇਂ-ਸਮੇਂ 'ਤੇ ਅਸੀਂ ਜਦੋਂ ਵੀ ਕਿਤੇ ਪਾਰਟੀ ਨੂੰ ਸਾਡੀ ਲੋੜ ਪਈ, ਜਿੱਥੇ ਵੀ ਕਿਤੇ ਦੂਰ ਨੇੜੇ ਕੋਈ ਰੈਲੀ ਹੋਵੇ, ਚਾਹੇ ਚੰਡੀਗੜ੍ਹ ਹੋਵੇ ਕਿਸੇ ਨੇ ਆਉਣਾ ਵੱਡੇ ਲੀਡਰ ਨੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਦਿੱਲੀ ਵੀ ਰੈਲੀ ਜਾਣਾ ਹੋਵੇ, ਤਾਂ ਅਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਲੈਂਦੇ ਰਹੇ ਹਾਂ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਆਪਣੇ ਵੱਲੋਂ ਐਜ ਏ ਹਿਊਮਨ, ਐਜ ਏ ਇਨਸਾਨ ਔਰ ਐਜ ਏ ਕਿਸਾਨ ਦੇ ਤੌਰ 'ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਕਿਸਾਨੀ ਅੰਦੋਲਨ ਵਿੱਚ ਵੀ ਹਿੱਸਾ ਲੈਂਦੇ ਰਹੇ ਹਾਂ। ਇੱਥੋਂ ਵੀ ਕਾਫੀ ਲੰਗਰ ਪਾਣੀ ਜਾਂਦਾ ਸੀ, ਉਹਦੇ ਵਿੱਚ ਵੀ ਹਿੱਸਾ ਪਾਉਂਦੇ ਰਹੇ ਔਰ ਵੱਖ-ਵੱਖ ਟਾਈਮ 'ਤੇ ਅਸੀਂ ਦਿੱਲੀ ਵਿੱਚ ਵੀ ਕਿਸਾਨੀ ਅੰਦੋਲਨ ਵਿੱਚ ਹਿੱਸਾ ਲਿਆ। ਸੋ ਕਹਿਣ ਦੀ ਗੱਲ ਇਹ ਆ ਵੀ ਆਪਾਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਅਨੁਸ਼ਾਸਨ ਦੇ ਅਨੁਸਾਰ ਜਿਹੜਾ ਵੀ ਕੰਮਕਾਰ ਕੀਤਾ, ਔਰ ਅਸੀਂ ਜਿਵੇਂ ਆਪਣੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਆ, ਅਤੇ ਉਸ ਟਾਈਮ ਕਾਫੀ ਚਲੋ ਪਾਰਟੀ ਦੇ ਵਿੱਚ ਚੰਗਾ ਹੁੰਗਾਰਾ ਵੀ ਮਿਲਿਆ, ਹੁਲਾਰਾ ਵੀ ਆਇਆ। ਜੋ ਕਾਂਗਰਸ ਪਾਰਟੀ ਦੇ ਹਿਤੈਸ਼ੀ ਸਨ, ਜਿਨ੍ਹਾਂ ਦੀ ਕਿਤੇ ਪਹਿਲਾਂ ਨਹੀਂ ਸੁਣਵਾਈ ਹੁੰਦੀ ਸਨ, ਜਾਂ ਲੋਕ ਭਲਾਈ ਸਕੀਮਾਂ ਸਰਕਾਰ ਨੇ ਪਹਿਲਾਂ ਕੁਛ ਕਈ ਗੱਲਾਂ ਤੋਂ ਐਸੀ ਵਰਗ ਨੂੰ ਅਣਗੌਲਿਆ ਕੀਤਾ ਜਾਂਦਾ ਸੀਗਾ, ਪਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੇ ਆਉਣ ਨਾਲ ਜਿਹੜੇ ਐਸੀ ਵਰਗ ਔਰ ਐਸੀ ਕਮਿਊਨਿਟੀ ਜਾਂ ਕਿਸੇ ਤਰ੍ਹਾਂ ਵੀ ਕਹਿ ਸਕਦੇ ਆਪਾਂ, ਉਹਨਾਂ ਨੂੰ ਕਾਫੀ ਹੁੰਗਾਰਾ ਮਿਲਿਆ ਔਰ ਵਧੀਆ ਤਰੀਕੇ ਨਾਲ ਹਰੇਕ ਵਰਗ ਦੀ ਸੁਣੀ ਜਾਣ ਲੱਗੀ। ਔਰ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ। ਸੋ ਉਸ ਦਰਮਿਆਨ ਜਦੋਂ ਸਾਡੇ ਵਿਧਾਨ ਸਭਾ ਹਲਕਾ ਬੰਗਾ ਵਿੱਚ CM ਸਾਹਿਬ ਆਏ, ਉਹਨਾਂ ਨਾਲ ਵੀ ਮਿਲੇ, ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਰੱਖੇ। ਉਹਨਾਂ ਅੱਗੇ ਵੀ ਫਰਿਆਦ ਮੈਂ ਰੱਖੀ ਵੀ ਸਰ ਮੈਂ ਜਿਹੜਾ ਵਿਧਾਨ ਸਭਾ ਹਲਕਾ ਬੰਗਾ ਤੋਂ ਜਿਹੜੀ ਆ ਇਸ ਵਾਰ ਦੀ ਇਲੈਕਸ਼ਨ ਲੜਨੀ ਚਾਹੁੰਦਾ ਹਾਂ, ਅਤੇ ਪਹਿਲਾਂ ਵੀ ਮੇਰਾ ਮੇਲ ਮਿਲਾਪ ਹੁੰਦਾ ਰਹਿੰਦਾ ਸੀ CM ਸਾਹਿਬ ਨਾਲ। ਸੋ ਅਸੀਂ ਉਹਨਾਂ ਨੂੰ ਆਪਣਾ ਵਧੀਆ ਤਰੀਕੇ ਨਾਲ ਜੋ ਵੀ ਆਪਣੀ ਪਰਫੋਰਮੈਂਸ ਸੀਗੀ ਸਾਡੀ, ਜੋ ਕੰਮਕਾਰ ਕੀਤੇ ਸਨ ਪਾਰਟੀ ਪ੍ਰਤੀ, ਉਹ ਸਾਰਾ ਮੈਂ ਉਹਨਾਂ ਨੂੰ ਦੱਸਿਆ। ਕਹਿੰਦੇ ਕੋਈ ਗੱਲ ਨਹੀਂ ਵੀ ਤੈਨੂੰ ਅਸੀਂ ਵਧੀਆ ਤਰੀਕੇ ਨਾਲ, ਚਲੋ ਤੂੰ ਕੋਸ਼ਿਸ਼ ਕਰ, ਆਪਣਾ ਕੰਮ ਕਰੋ ਅਤੇ ਪਾਰਟੀ ਲਈ, ਅਤੇ ਆਪਾਂ ਤੁਹਾਡਾ ਜ਼ਰੂਰ ਸੋਚਾਂਗੇ। ਉਸ ਦਰਮਿਆਨ ਜਦੋਂ ਉਹਨਾਂ ਨੇ ਫਿਰ ਸਾਡੇ ਵਿਧਾਨ ਸਭਾ ਹਲਕਾ ਬੰਗਾ 'ਤੇ ਸ਼੍ਰੀ ਹੁਸਨ ਲਾਲ ਜੀ ਜੋ ਪ੍ਰਿੰਸੀਪਲ ਸੈਕਟਰੀ ਸਨ, ਵਿੱਚ ਉਹਨਾਂ ਦਾ ਮਾਈਂਡ ਬਣ ਗਿਆ ਵੀ ਅਸੀਂ ਵਿਧਾਨ ਸਭਾ ਹਲਕਾ ਬੰਗਾ ਤੋਂ ਇਲੈਕਸ਼ਨ ਲੜਾਂਗੇ। ਸੋ ਮੇਰੀ ਵੀ CM ਸਾਹਿਬ ਨਾਲ ਗੱਲਬਾਤ ਹੋਈ। ਗੁਰਜੀਤ ਰਾਣਾ ਜੀ ਜੋ ਮਿਨਿਸਟਰ ਸਨ, ਉਹਨਾਂ ਨੇ ਸਾਡੀ ਮੀਟਿੰਗ ਕਰਵਾਈ ਵੀ ਨਹੀਂ ਵੀ ਤੁਸੀਂ ਹੁਸਨ ਲਾਲ ਜੀ ਦਾ ਸਾਥ ਦਿਓ ਅਤੇ ਤੁਹਾਨੂੰ ਕਿਤੇ ਹੋਰ ਐਡਜਸਟ ਕਰਾਂਗੇ। ਚਲੋ ਅਸੀਂ ਉਸ ਟਾਈਮ ਸ਼੍ਰੀ ਹੁਸਨ ਲਾਲ ਜੀ ਪ੍ਰਿੰਸੀਪਲ ਸੈਕਟਰੀ ਸਨ, ਉਹਨਾਂ ਦੀ ਅਗਵਾਈ ਵਿੱਚ ਹਲਕੇ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜੋ ਗ੍ਰਾਂਟਸ ਆਉਂਦੀਆਂ ਸਨ ਪਿੰਡਾਂ ਲਈ, ਜੋ ਚੈੱਕ ਦਿੱਤੇ, ਅਸੀਂ ਥਾਂ ਥਾਂ ਜਾ ਕੇ ਸਾਰੀ ਕਾਫੀ ਕਾਂਗਰਸ ਪਾਰਟੀ ਜਿਹੜੇ ਅੱਗੇ ਹੋ ਕੇ ਤੁਰਨ ਵਾਲੇ ਸਾਰੇ ਜਾ ਕੇ ਅਸੀਂ ਉਹਨਾਂ ਦੇ ਨਾਲ ਪਿੰਡਾਂ ਵਿੱਚ ਜਾ ਕੇ ਕਰਦੇ ਰਹੇ, ਪਿੰਡਾਂ ਵਿੱਚ ਚੈੱਕ ਵੰਡੇ। ਅਤੇ ਪਤਾ ਨਹੀਂ ਅਚਾਨਕ ਕੀ ਹੋਇਆ, ਜਿਸ ਟਾਈਮ ਉਹਨਾਂ ਨੇ ਇਹ ਆਖਿਆ ਵੀ ਚੌਧਰੀ ਤਰਲੋਚਨ ਸਿੰਘ ਸੂੰਢ ਜੀ ਹੁਣੀ ਦੱਸਿਆ, ਆਖਿਆ ਵੀ ਮੈਂ ਬੰਗਾ ਤੋਂ ਇਲੈਕਸ਼ਨ ਨਹੀਂ ਲੜਾਂਗਾ, ਕਿਉਂਕਿ CM ਸਾਹਿਬ ਚਾਹੁੰਦੇ ਸਨ ਵੀ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਜੀ ਉਹਨਾਂ ਨੂੰ ਇੱਥੋਂ ਬੰਗਾ ਹਲਕੇ ਤੋਂ ਇਲੈਕਸ਼ਨ ਲੜਾਈ ਜਾਵੇਗੀ। ਸੋ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਚੌਧਰੀ ਤਰਲੋਚਨ ਸਿੰਘ ਸੂੰਢ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਫਗਵਾੜਾ ਜਾਓ, ਫਗਵਾੜਾ ਦੇਖੋ, ਤੁਹਾਨੂੰ ਫਗਵਾੜੇ ਤੋਂ ਇਲੈਕਸ਼ਨ ਲੜਾਵਾਂਗੇ। ਔਰ ਚੌਧਰੀ ਤਰਲੋਚਨ ਸਿੰਘ ਸੂੰਢ ਉਸ ਦਰਮਿਆਨ ਹੀ ਆਪਣਾ ਜਿਹੜਾ ਕੰਮਕਾਰ ਆ ਉਹ ਫਗਵਾੜੇ ਹਲਕੇ ਵੱਲ ਉਹਨਾਂ ਦਾ ਝੁਕਾਅ ਹੋ ਗਿਆ। ਉੱਥੇ ਜਾ ਕੇ ਉਹ ਕੰਮ ਕਰਨ ਲੱਗ ਪਏ, ਪਿੰਡਾਂ 'ਚ ਮੀਟਿੰਗਾਂ ਵੀ ਕਰਨ ਲੱਗ ਪਏ। ਔਰ ਉਹਨਾਂ ਨੇ ਅਸੀਂ ਚਲੋ ਪ੍ਰਿੰਸੀਪਲ ਸੈਕਟਰੀ ਸਾਹਿਬ ਹੁਸਨ ਲਾਲ ਜੀ ਉਹਨਾਂ ਨਾਲ ਦਿਨ ਰਾਤ ਇੱਕ ਕੀਤੀ, ਮਿਹਨਤ ਕੀਤੀ, ਅਤੇ ਵਿੱਚੇ ਹੀ ਉਹਨਾਂ ਦਾ ਸਾਨੂੰ ਪਤਾ ਲੱਗਾ ਵੀ ਉਹਨਾਂ ਦਾ ਥੋੜ੍ਹਾ ਜਿਹਾ ਮਾਈਂਡ ਚੇਂਜ ਹੋ ਗਿਆ। ਪ੍ਰਿੰਸੀਪਲ ਸੈਕਟਰੀ ਸਰਦਾਰ ਹੁਸਨ ਲਾਲ ਜੀ ਕਹਿੰਦੇ ਵੀ ਅਸੀਂ ਇਲੈਕਸ਼ਨ, ਸਾਨੂੰ ਜਿੱਦਾਂ ਪਤਾ ਲੱਗਾ, ਸਿੱਧੀ ਉਹਨਾਂ ਨਾਲ ਗੱਲ ਤਾਂ ਨਹੀਂ ਹੋਈ, ਪਰ ਉਹਨਾਂ ਨੇ ਆਖਿਆ ਵੀ ਮੈਂ ਇਲੈਕਸ਼ਨ ਇੱਥੋਂ ਨਹੀਂ ਲੜਨੀ। ਅਤੇ ਫਿਰ ਸਾਨੂੰ ਵੀ ਲੱਗਾ ਵੀ ਚਲੋ CM ਸਾਹਿਬ ਤੱਕ ਅਸੀਂ ਵੇਖ ਕੇ ਵੀ ਸਰ ਵੀ ਜੇ ਤੁਸੀਂ ਉਹਨਾਂ ਨੂੰ ਫਗਵਾੜੇ ਤੋਂ ਲਾਉਣੀ, ਚੌਧਰੀ ਸਾਹਿਬ ਨੂੰ ਹੁਸਨ ਲਾਲ ਜੀ ਨੇ ਨਹੀਂ ਲੜਨਾ, ਪਲੀਜ਼ ਸਾਡਾ ਨੰਬਰ ਜ਼ਰੂਰ ਰੱਖਿਓ ਵੀ ਅਸੀਂ ਇੰਨਾ ਪਾਰਟੀ ਲਈ ਕੰਮ ਕੀਤਾ, ਦਿਨ ਰਾਤ ਇਹ ਕੀਤਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਤੁਸੀਂ ਉਸ ਟਾਈਮ ਵੀ ਕਾਫੀ ਵੀਡੀਓ ਜਾਂ ਤੁਹਾਡੀ ਰਿਕਾਰਡਿੰਗ ਕਰਦੇ ਰਹੇ ਆ, ਜੋ ਕਰੋਨਾ ਕਾਲ ਦੇ ਵਿੱਚ ਆਪਾਂ ਕਾਫੀ ਵਧੀਆ ਤਰੀਕੇ ਨਾਲ ਵਿਧਾਨ ਸਭਾ ਹਲਕਾ ਬੰਗੇ ਵਿੱਚ ਮੈਂ ਤਕਰੀਬਨ ਕਰੋਨਾ ਟਾਈਮ 'ਤੇ ਜਿਹੜੀਆਂ ਰਾਸ਼ਨ ਕਿੱਟਾਂ ਹੋਰ ਵੀ
ਦਵਾਈ ਦੀ ਲੋੜ ਸੀ, ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਵੀ ਲੋੜ ਸੀ ਉਸ ਆਪਣੇ ਭਾਈਚਾਰੇ ਵਿੱਚ ਜਾਂ ਹੋਰ ਵੀ ਜਿੱਥੇ ਕਿਤੇ ਨੂੰ ਵੀ ਲੋੜ ਵੀ ਸੀ, ਅਸੀਂ ਵਧੀਆ ਤਰੀਕੇ ਨਾਲ ਉਸ ਟਾਈਮ ਵੀ ਕੰਮ ਕੀਤਾ ਸੀਗਾ। ਤਾਂ ਇਹੀ ਸਾਰੀਆਂ ਚੀਜ਼ਾਂ ਇਨਸਾਨ ਨੂੰ ਅੱਗੇ ਜਾਣ ਲਈ ਜਾਂ ਸਹਾਈ ਹੁੰਦੀਆਂ, ਕਿਉਂਕਿ ਬੰਦੇ ਦਾ ਹੌਸਲਾ ਬਣਦਾ ਆ। ਜਦੋਂ ਪਿੰਡਾਂ 'ਚ ਜਾਂਦੇ ਹਾਂ ਲੋਕ ਆਪਣੇ ਆਪ ਮੁਹਾਰੇ ਕਹਿੰਦੇ ਸੀ ਨਹੀਂ ਵੀ ਇਸ ਵਾਰ ਤੁਸੀਂ ਅੱਗੇ ਆਓ, ਵੀ ਤੁਹਾਨੂੰ ਅਸੀਂ ਵੀ ਜਿੱਥੇ ਵੀ ਸਾਡੀ ਲੋੜ ਹੋਈ ਅਸੀਂ ਤੁਹਾਡੀ ਸਪੋਰਟ ਕਰਾਂਗੇ, ਵੀ ਤੁਸੀਂ ਵਿਧਾਨ ਸਭਾ ਹਲਕਾ ਬੰਗੇ ਤੋਂ ਜਿਹੜਾ ਇਲੈਕਸ਼ਨ MLA ਲਈ ਲੜਿਓ। ਸੋ ਆਪਣਾ ਵੀ ਜਿੱਦਾਂ ਵੈਸੇ ਜੇ ਆਪਾਂ ਕਹਿੰਦੇ ਕਈ ਤਾਂ ਲੀਡਰ ਇੱਦਾਂ ਹੁੰਦੇ ਆਪਣੇ ਆਪ ਤੁਰਦੇ ਆ ਵੀ ਨਹੀਂ ਜੀ ਮੈਂ ਆ ਚਾਹੁੰਦਾ ਇੱਦਾਂ, ਪਰ ਮੈਨੂੰ ਉਹਨਾਂ ਵੀਰਾਂ ਨੇ, ਉਹਨਾਂ ਜਿਹੜੇ ਮੇਰੇ ਸਪੋਰਟਰ ਸਨ, ਉਹਨਾਂ ਨੇ ਇੰਨਾ ਕੁ ਉਤਸ਼ਾਹਿਤ ਕੀਤਾ ਵੀ ਜਾਣੀ ਕਿ ਮੈਂ ਜਿਹੜਾ ਕੰਮ ਇੱਕ ਦਿਨ 'ਚ ਹੋਣ ਵਾਲਾ ਹੁੰਦਾ ਸੀ ਜਾਂ 2 ਦਿਨ ਦਾ ਕੰਮ ਹੁੰਦਾ ਇੱਕ ਦਿਨ ਵਿੱਚ ਹੀ ਨਿਪਟਾ ਲਈਦਾ ਸੀ। ਜਿੱਥੇ ਵੀ ਜਾਣਾ, ਜਿੱਥੇ ਵੀ ਡਿਊਟੀ ਲੱਗਣੀ ਉੱਥੇ ਭੱਜ ਜਾਣਾ। ਇੰਨਾ ਹੌਸਲਾ ਇੰਨਾ ਬਣ ਗਿਆ ਸੀ ਵੀ ਜਿਹੜੇ ਸਾਡੇ ਵੀਰ ਆ, ਜਿਹੜੇ ਸਪੋਰਟਰ ਆ, ਉਹ ਕਾਫੀ ਉਤਸ਼ਾਹ ਕਰ ਰਹੇ ਸਾਨੂੰ। ਇਸ ਕਰਕੇ ਸਾਡਾ ਵੀ ਚਲੋ ਹੋਇਆ ਵੀ ਅਸੀਂ ਇਲੈਕਸ਼ਨ ਲੜ ਲਈਏ, ਅਤੇ ਅਸੀਂ ਇਸੇ ਦੇ ਕਰਕੇ ਅਸੀਂ MLA ਦੀ ਇਲੈਕਸ਼ਨ ਲੜਨ ਲਈ ਸੋ ਮੈਂ ਜੋ ਕਾਂਗਰਸ ਪਾਰਟੀ ਦੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਜੋ ਐਪਲੀਕੇਸ਼ਨ ਵੀ ਦਿੱਤੀ ਵੀ ਅਸੀਂ ਇੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ। ਸੋ ਕਾਫੀ ਹੁੰਗਾਰਾ ਮਿਲਿਆ ਉੱਪਰਲੇ ਲੈਵਲ ਤੋਂ ਵੀ, ਔਰ ਸਾਡੀ ਜੋ ਥੱਲਿਓਂ ਸਪੋਰਟ ਵੀ ਸੀ, ਔਰ ਪਿੰਡਾਂ ਵਿੱਚ ਜਿੱਦਾਂ ਸਰਵੇ ਵਾਲੀਆਂ ਟੀਮਾਂ ਜਦੋਂ ਆਉਂਦੀਆਂ ਤਾਂ ਪਿੰਡਾਂ 'ਚ ਸਰਵੇ ਕਰਦੀਆਂ ਵੀ ਇਸ ਹਲਕੇ ਵਿੱਚ ਕਿਹੜੇ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਾਂ ਕਿਹੜਾ ਉਮੀਦਵਾਰ ਬਣਨਾ ਚਾਹੀਦਾ ਆ। ਉਹ ਸਰਵੇ ਟੀਮਾਂ ਜਿੱਦਾਂ ਬਾਅਦ 'ਚ ਪਤਾ ਲੱਗ ਜਾ, ਪਿੰਡਾਂ 'ਚ ਲੋਕਾਂ ਤੋਂ ਪਤਾ ਲੱਗਦਾ, ਜਿਹੜੇ ਸਾਡੇ ਸਪੋਰਟਰ ਆ, ਭਾਈਚਾਰਾ ਸਾਡਾ, ਜਿਹੜੇ ਵੀ ਮੈਨੂੰ ਜਾਣ ਪਛਾਣ ਰੱਖਦੇ ਆ, ਜਿਨ੍ਹਾਂ ਦੇ ਮੈਂ ਕੰਮਕਾਰ ਕਰਾਉਂਦਾ ਰਿਹਾ, ਉਹਨਾਂ ਨੇ ਮੈਨੂੰ ਦੱਸਣਾ ਬਾਅਦ ਵਿੱਚ ਵੀ ਭਾਈ ਸਾਹਿਬ ਵੀ ਕਮਲਜੀਤ ਜੀ ਵੀ ਸਾਡੇ ਪਿੰਡ ਅੱਜ ਆਏ ਸੀ ਸਰਵੇ ਵਾਲੇ, ਵੀ ਅਸੀਂ ਤੁਹਾਡੇ ਹੱਕ ਵਿੱਚ ਫਤਵਾ ਦਿੱਤਾ ਆ। ਸੋ ਉਹਨਾਂ ਦੀਆਂ ਉਮੀਦਾਂ 'ਤੇ ਵੀ ਪਾਣੀ ਫੇਰਿਆ ਜੋ ਕਾਂਗਰਸ ਹਾਈ ਕਮਾਂਡ ਨੇ ਮੈਨੂੰ ਟਿਕਟ ਨਾ ਦੇ ਕੇ। ਉਹਨਾਂ ਦੇ ਵੀ ਮੇਰੇ ਤਾਂ ਹੌਸਲਾ ਟੁੱਟਣਾ ਹੀ ਸੀ, ਕਿਉਂਕਿ ਮੈਂ ਇੱਕ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਸੀ ਪਾਰਟੀ ਦੇ ਲਈ, ਔਰ ਜਿਹੜੇ ਮੇਰੇ ਸਪੋਰਟਰ ਸੀ ਉਹਨਾਂ ਦੇ ਵੀ ਜਿਹੜੇ ਹੌਸਲੇ ਸੀ ਪਸਤ ਹੋ ਗਏ, ਕਿਉਂਕਿ ਉਹ ਵੀ ਦਿਲੋਂ ਜਾਨ ਨਾਲ ਚਾਹੁੰਦੇ ਸੀ ਵੀ ਅਗਰ ਕਮਲ ਜੀ ਨੂੰ ਟਿਕਟ ਮਿਲਦੀ ਆ ਇੱਥੋਂ ਸੀਟ ਬਹੁਤ ਆਸਾਨੀ ਨਾਲ ਹੀ ਕੱਢ ਸਕਦੇ ਆ। ਨਹੀਂ, ਹੁਣ ਕਮਲ ਜੀ ਜਿਹੜੀ ਤੁਹਾਡੀ ਨਾਰਾਜ਼ਗੀ ਹੈ ਉਹ ਹਾਈ ਕਮਾਂਡ ਨਾਲ ਇਸ ਗੱਲ ਕਰਕੇ ਹੈ ਕਿ ਤੁਹਾਡੀ ਟਿਕਟ ਕੱਟੀ ਗਈ, ਜਾਂ ਫਿਰ ਜਿਹੜੀ ਟਿਕਟ ਉਸ ਸ਼ਖਸ ਨੂੰ ਦਿੱਤੀ ਗਈ ਹੈ ਜਿਹੜੇ ਦਾਅਵੇਦਾਰੀ ਵਿੱਚ ਦੱਸਗਾ ਲੇਕਿਨ ਉਹ ਪਿੱਛੇ ਪਿੱਛੇ ਹਟ ਚੁੱਕਾ ਸੀਗਾ, ਔਰ ਉਹਨੂੰ ਟਿਕਟ ਹੁਣ ਜਿਹੜੀ ਦੇ ਦਿੱਤੀ ਗਈ ਹੈ, ਇਹ ਨਾਰਾਜ਼ਗੀ ਹੈ ਤੁਹਾਡੀ ਹਾਈ ਕਮਾਂਡ ਨਾਲ? ਸਰ, ਹਾਈ ਕਮਾਂਡ ਨਾਲ ਨਾਰਾਜ਼ਗੀ ਇਹ ਆ ਵੀ ਅਸੀਂ ਪਹਿਲਾਂ ਹਾਈ ਕਮਾਂਡ ਨੂੰ ਕਾਫੀ ਉੱਪਰਲੇ ਲੈਵਲ ਤੱਕ ਮੈਂ ਜਾ ਕੇ ਦਿੱਲੀ ਵੀ AICC ਦੇ ਆਫਿਸ ਜਾ ਕੇ ਵੀ, ਔਰ ਟਾਈਮ ਟੂ ਟਾਈਮ ਇੱਥੇ ਚੰਡੀਗੜ੍ਹ ਵੀ ਕਾਂਗਰਸ ਭਵਨ ਕਾਂਗਰਸ ਦਫ਼ਤਰ ਜਾ ਕੇ ਆਪਣੀ ਹਾਜ਼ਰੀ ਲਗਾਉਂਦੇ ਰਹੇ ਹਾਂ, ਅਤੇ ਵੱਡੇ ਵੱਡੇ ਲੀਡਰਾਂ ਨਾਲ ਵੀ ਮਿਲਦੇ ਰਹੇ ਹਾਂ। ਉਹਨਾਂ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਸੀ ਵੀ ਇਸ ਵਾਰ ਜਿਹੜੀ ਬੰਗਾ ਹਲਕੇ ਤੋਂ ਇਲੈਕਸ਼ਨ ਤੁਹਾਨੂੰ ਹੀ ਲੜਾਵਾਂਗੇ। ਤੋ ਇਸ ਕਰਕੇ ਅਸੀਂ ਵੀ ਥੋੜ੍ਹਾ ਜਿਹਾ ਜਦੋਂ ਰਸਤਾ ਸਾਫ਼ ਹੁੰਦਾ ਜਾਂ ਸੀਟ ਉਹ ਵਿਹਲੀ ਹੁੰਦੀ ਤਾਂ ਹੀ ਬੰਦਾ ਉੱਥੇ ਚਾਹਤ ਕਰਦਾ। ਅਗਰ ਚੌਧਰੀ ਤਲੋਚਨ ਸਿੰਘ ਸੂੰਢ ਜੀ ਪਹਿਲਾਂ ਹੀ ਇੱਥੇ ਰਹਿੰਦੇ, ਇੱਥੇ ਹੁੰਦੇ, ਅਤੇ ਅਸੀਂ ਉਧਰ ਨੂੰ ਤੁਰਨਾ ਹੀ ਨਹੀਂ ਸੀਗਾ, ਹੈ ਨਾ। ਅਤੇ ਕਿਉਂਕਿ ਉਹ 4.5 ਸਾਲ ਤਾਂ ਹਲਕੇ ਵਿੱਚ ਆਏ ਹੀ ਨਹੀਂ, ਹੈ ਨਾ। ਕਰੋਨਾ ਕਾਲ ਦੇ ਵਿੱਚ ਕੋਈ ਵੀ ਲੀਡਰ ਨਹੀਂ ਆਇਆ ਇੱਥੇ, ਤੁਸੀਂ ਦੇਖਿਆ ਹੋਣਾ, ਅਸੀਂ ਰੋਜ਼ ਇੱਥੇ ਵਿਚਰਦੇ ਰਹੇ ਹਾਂ, ਅਤੇ ਕਰੋਨਾ ਕਾਲ ਦੇ ਵਿੱਚ ਕੋਈ ਨਹੀਂ ਆਇਆ। ਕਿਸੇ ਨੇ ਉਹਨਾਂ ਲੋਕਾਂ ਦੀ, ਉਹਨਾਂ ਗਰੀਬ ਇਨਸਾਨਾਂ ਦੀ, ਜਿਨ੍ਹਾਂ ਨੂੰ ਜ਼ਰੂਰਤਮੰਦ ਲੋਕ ਸੀ, ਉਹਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਆ ਕੇ, ਹੈ ਨਾ। ਉਸ ਟਾਈਮ ਅਸੀਂ ਸਾਰੇ ਹਲਕੇ ਵਿੱਚ ਵਿਚਰੇ, ਵਧੀਆ ਤਰੀਕੇ ਨਾਲ ਵਿਚਰੇ ਹਾਂ। ਜਿਹੜੀ ਚੀਜ਼ ਜਿੱਥੇ ਕਿਸੇ ਨੂੰ ਦਵਾ ਦਾਰੂ ਦੀ ਲੋੜ ਸੀ, ਕਿਸੇ ਨੂੰ ਰਾਸ਼ਨ ਪਾਣੀ ਦੀ ਲੋੜ ਸੀ, ਉਹ ਅਸੀਂ ਉਹਨਾਂ ਨੂੰ ਪਹੁੰਚਦਾ ਕੀਤਾ। ਅਤੇ ਜਦੋਂ ਗੱਲ ਇਹੀ ਹੈ, ਨਾਰਾਜ਼ਗੀ ਇਸ ਗੱਲ ਦੀ ਆ ਵੀ ਅਸੀਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਦੋਂ ਜਿਹੜੀ ਇਨਸਾਨ ਚਾਹੁੰਦਾ ਉਹ ਚੀਜ਼ ਨਾ ਮਿਲੇ, ਨਾਰਾਜ਼ਗੀ ਤਾਂ ਜਾਇਜ਼ ਹੁੰਦੀ ਆ। ਹਾਈ ਕਮਾਂਡ 'ਤੇ ਵਿਸ਼ਵਾਸ ਇਹ ਸੀ ਵੀ ਅਸੀਂ ਇੰਨੀ ਮਿਹਨਤ ਕੀਤੀ ਆ ਔਰ ਹਰੇਕ ਕੰਮ ਨੂੰ ਵਧੀਆ ਤਰੀਕੇ ਨਾਲ ਕਰਦੇ ਹਾਂ, ਅਤੇ ਸਾਡੀ ਪਾਰਟੀ ਜ਼ਰੂਰ ਸੁਣੂਗੀ, ਪਰ ਉਹ ਨਾਰਾਜ਼ਗੀ ਤਾਂ ਹੈ ਹੀ ਹੈ। ਨਹੀਂ, ਹੁਣ ਤੁਹਾਡੀ ਜਿਹੜੀ ਟਿਕਟ ਕੱਟੀ ਗਈ, ਜਦੋਂ ਇਹ ਪਤਾ ਲੱਗ ਗਿਆ ਵੀ ਸੂੰਢ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ ਆ, ਕਿ ਤੁਸੀਂ ਹਾਈ ਕਮਾਂਡ ਨਾਲ ਟਾਈ ਅਪ ਕੀਤਾ ਵੀ ਇਹ ਗੱਲ ਜਿਹੜੀ ਸਾਡੇ ਨੂੰ ਭਰੋਸਾ ਪਹਿਲਾਂ ਦਿੱਤਾ ਗਿਆ ਸੀ, ਸਾਡੇ ਸਰਵੇਖਣ ਵੀ ਕੀਤਾ ਗਿਆ, ਸਾਡਾ ਨਾਮ ਆ ਰਿਹਾ ਸੀ, ਪਾਈਪਲਾਈਨ ਸੀਗਾ, ਫਿਰ ਕਿਉਂ ਸਾਨੂੰ ਇਗਨੋਰ ਕੀਤਾ ਗਿਆ? ਸਰ, ਇਸ ਸਰਵੇਖਣ ਦੇ ਮੁਤਾਬਕ ਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀਆਂ ਸਰਵੇ ਟੀਮਾਂ ਸੀ ਜਾਂ ਲੋਕਾਂ ਵੱਲੋਂ ਜੋ ਹੁੰਗਾਰਾ ਪਿੰਡਾਂ 'ਚ ਮਿਲਦਾ ਸੀ, ਉਹਦੇ ਅਕੋਰਡਿੰਗਲੀ ਜਿਹੜੀ ਟਿਕਟ ਮੇਰੀ ਪੱਕੀ ਬਣਦੀ ਸੀ, ਹੈ ਨਾ। ਔਰ ਸਾਨੂੰ ਤਕਰੀਬਨ ਕਈ ਵਾਰੀ ਫਿਰ ਉਹ ਟੀਮ ਦੇ ਵਿੱਚ ਕੋਈ ਨਾ ਕੋਈ ਇੱਧਰ ਉੱਧਰ ਪਤਾ ਲੱਗ ਜਾਂਦਾ ਸੀਗਾ, ਜਾਂ ਹਾਈ ਕਮਾਂਡ ਕੋਲ ਵੀ ਅਸੀਂ ਜਾਂਦੇ ਸੀ ਤਾਂ ਉੱਥੋਂ ਕਹਿੰਦੇ ਵੀ ਨਹੀਂ, ਜੇ ਕਿਸੇ ਨੂੰ ਫੋਨ ਵੀ ਕਰੀਦਾ ਸੀ ਵੱਡੇ ਲੀਡਰ ਨੂੰ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਖਦੇ ਸੀ ਵੀ ਤੁਹਾਡਾ ਹੀ ਨੰਬਰ ਹੈ, ਤੁਹਾਡਾ ਜਿਹੜੀ ਪੈਨਲ ਦੇ ਵਿੱਚ ਤੁਹਾਡਾ ਸਭ ਤੋਂ ਨਾਮ ਉੱਪਰ ਹੈ।
ਸੋ ਸਾਨੂੰ ਇਹ ਨਹੀਂ ਸਮਝ ਆਈ ਵੀ ਜਦ ਹਾਈ ਕਮਾਂਡ ਨੇ ਇੰਨੇ ਮਹਿੰਗੀਆਂ ਕੰਪਨੀਆਂ ਦੇ ਜਿਹੜੇ ਵਰਕਰ ਸੀ ਉਹ ਰੱਖਿਓ ਸੀ ਇੱਥੇ ਸਰਵੇ ਦੇ ਲਈ ਟੀਮਾਂ ਭੇਜੀਆਂ ਹੋਈਆਂ ਸੀ, ਇੰਨਾ ਕਰੋੜਾਂ ਰੁਪਈਆ ਲਾਉਣ ਦਾ ਕੀ ਫਾਇਦਾ ਜੇ ਆਪਾਂ ਉਹਨਾਂ ਮੁਤਾਬਕ ਉਹ ਚੱਲਣਾ ਹੀ ਨਹੀਂ ਹਲਕੇ ਦੇ ਵਿੱਚ, ਉਹਨਾਂ ਮੁਤਾਬਕ ਕੰਮ ਹੀ ਨਹੀਂ ਕਰਨਾ ਤੇ ਉਹ ਫਾਇਦਾ ਕੀ ਫਿਰ ਇੰਨੇ ਪੈਸੇ ਲਾਉਣ ਦਾ। ਕਰੋੜਾਂ ਰੁਪਈਆ ਤੁਸੀਂ ਇੱਕ ਕੰਪਨੀ ਨੂੰ ਹਾਇਰ ਕਰਕੇ ਲਾਉਂਦੇ ਆ, ਡਿਊਟੀਆਂ ਲਾਉਂਦੇ ਆ, ਪਿੰਡਾਂ ਵਿੱਚ ਜਾ ਕੇ ਸਰਵੇ ਕਰਨ, ਲੋਕਾਂ ਦੀ ਰਾਏ ਜਾਣਨ ਵੀ ਇਸ ਹਲਕੇ 'ਚ ਕਿਹੜਾ ਬੰਦਾ ਚਾਹੀਦਾ ਕਿਹੜਾ ਨਹੀਂ ਚਾਹੀਦਾ। ਪਰ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਜਿਵੇਂ ਪਿਛਲੇ ਇਲੈਕਸ਼ਨ 2017 ਦੇ ਵਿੱਚ ਉਸ ਟਾਈਮ ਵੀ ਚਲੋ ਮੈਂ ਇਹ ਨਹੀਂ ਕਹਿੰਦਾ ਹਾਈ ਕਮਾਂਡ ਦੀ ਉਸ ਟਾਈਮ ਗਲਤੀ ਸੀਗੀ, ਕਿਉਂਕਿ ਉਸ ਟਾਈਮ ਚੌਧਰੀ ਤਰਲੋਚਨ ਸਿੰਘ MLA ਮੌਜੂਦਾ ਸਨ। ਸਾਨੂੰ ਵੀ ਉਸ ਟਾਈਮ ਉਹਨਾਂ ਨਾਲ ਗਿਲਾ ਸੀ, ਉਹਨਾਂ ਨਾਲ ਸ਼ਿਕਵੇ ਸੀ ਹਾਈ ਕਮਾਂਡ ਨਾਲ ਵੀ ਇਹਨਾਂ ਦੀ ਜਿਹੜੀ ਉਦੋਂ ਟਾਈਮ ਜਿਹੜੀ ਟਿਕਟ ਕੱਟੀ ਗਈ ਆ, ਉਦੋਂ ਸਾਡੀ ਵੀ ਸਹਾਨਭੂਤੀ ਚੌਧਰੀ ਤਰਲੋਚਨ ਸਿੰਘ ਸੂੰਢ ਜੀ ਨਾਲ ਸੀਗੀ, ਅਸੀਂ ਇਹਨਾਂ ਨਾਲ ਖੜ੍ਹੇ ਵੀ ਹੋਏ ਹਾਂ। ਪਰ ਜਦੋਂ ਇਹ ਆਜ਼ਾਦ ਖੜ੍ਹ ਗਏ ਤਾਂ ਅਸੀਂ ਉਸ ਟਾਈਮ ਪਾਰਟੀ ਦੇ ਨਾਲ ਹੀ ਤੁਰੇ ਹਾਂ, ਪਾਰਟੀ ਦੇ ਨਾਲ ਹੀ। ਪਰ ਉਸ ਟਾਈਮ ਵੀ ਜਿਹੜੇ ਸਤਨਾਮ ਸਿੰਘ ਕੈਂਥ ਜੀ ਉਹ ਨਹੀਂ ਜਿੱਤ ਸਕੇ ਅਤੇ ਚੌਧਰੀ ਤਰਲੋਚਨ ਸਿੰਘ ਜੀ ਨੂੰ ਵੀ ਬਹੁਤ ਘੱਟ ਵੋਟਾਂ ਪਈਆਂ। ਸਿਰਫ ਆਪਣਾ ਗੁੱਸਾ ਜਤਾਉਣ ਲਈ ਔਰ ਆਪਣੀ ਨਾਰਾਜ਼ਗੀ ਜਤਾਉਣ ਲਈ ਹੀ ਮੈਂ ਜਿਹੜੇ ਅੱਜ ਜਿਹੜੇ ਪੇਪਰ ਆ ਨਾਮਜ਼ਦ ਕੀਤੇ ਆ। ਅਤੇ ਬਾਕੀ ਜਿਵੇਂ ਪਾਰਟੀ ਦਾ ਫੈਸਲਾ ਹੋਊਗਾ, ਜੋ ਵੀ ਆਦੇਸ਼ ਦੇਣਗੇ ਤਾਂ ਉਸ ਤਰੀਕੇ ਨਾਲ ਚੱਲਾਂਗੇ। ਮੈਂ ਕੋਈ ਐਡੇ ਵੱਡੇ ਰੌਅ 'ਚ ਨਹੀਂ ਵੀ ਮੈਂ ਪਾਰਟੀ ਦੇ ਖਿਲਾਫ ਹੋ ਕੇ ਚੱਲ ਕੇ ਤਾਂ ਮੈਂ ਬਹੁਤ ਕੋਈ ਵੱਡਾ ਮੀਲ ਪੱਥਰ ਸਥਾਪਿਤ ਕਰੂੰਗਾ, ਇਹ ਨਹੀਂ। ਪਾਰਟੀ ਦੇ ਨਾਲ ਹੀ ਸਾਰਾ ਕੁਝ ਹੁੰਦਾ ਆ, ਪਰ ਪਾਰਟੀ 'ਤੇ ਗੁੱਸਾ ਜ਼ਰੂਰ ਹੈ। ਨਹੀਂ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਿ ਗੁੱਸਾ ਹੁੰਦਾ ਹੈ। ਤੁਸੀਂ ਬਾਕੀ ਜਿਵੇਂ 2017 ਦੇ ਵਿੱਚ ਸੂੰਢ ਸਾਹਿਬ ਦੇ ਨਾਲ ਉਹਨਾਂ ਨੇ ਆਜ਼ਾਦ ਲੜੀ, ਤੁਸੀਂ ਫਿਰ ਵੀ ਪਾਰਟੀ ਦਾ ਸਾਥ ਦਿੱਤਾ। ਲੱਗਦਾ ਵੀ ਜਿਹੜੇ ਹੁਣ 22 ਦੇ ਵਿੱਚ ਟਿਕਟ ਲੈ ਕੇ ਆਏ ਆ ਸੂੰਢ ਸਾਹਿਬ ਆਪਣੇ ਦਬਾਅ ਨਾਲ, ਜਾਂ ਇਹ ਕਹਿ ਕੇ ਮੈਂ 2 ਵਾਰ ਇੱਥੋਂ ਵਿਧਾਇਕ ਵੀ ਰਿਹਾ, ਜਾਂ ਮੇਰੇ ਫਾਦਰ ਜਿਹੜੇ ਆ ਅਮਰ ਸ਼ਹੀਦ ਚੌਧਰੀ ਜਗਤ ਰਾਮ ਮਣਾ ਦੇ ਉਹਨਾਂ ਦੀ ਕੁਰਬਾਨੀਆਂ ਨੂੰ ਇੱਦਾਂ ਦੇ ਲਾ ਕੇ ਲੱਗਦਾ ਵੀ ਉਹ ਟਿਕਟ ਜਿਹੜੀ ਉਹਨਾਂ ਨੂੰ ਦਾਅਵੇ 'ਤੇ ਮਿਲੀ ਆ। ਰੱਤੂ ਸਾਹਿਬ ਗੱਲ ਇਹ ਆ ਬਈ ਚਲੋ ਹੋਰ ਵੀ ਵੱਡੇ ਸਾਰੇ ਕਈ ਲੀਡਰਾਂ ਦੀਆਂ ਟਿਕਟਾਂ ਇਸ ਵਾਰ ਕੱਟੀਆਂ ਗਈਆਂ। ਚੌਧਰੀ ਸਾਹਿਬ ਹੁਣਾਂ ਦੇ ਦੇਖੋ ਸਾਡੇ ਸਤਿਕਾਰਯੋਗ ਆ, ਮੈਂ ਇਹ ਨਹੀਂ ਕਹਿੰਦਾ। ਗੱਲ ਇਹ ਆ ਵੀ ਅੱਜ ਮੈਂ ਹਲਕੇ ਵਿੱਚੋਂ ਹੋ ਸਕਦਾ ਮੇਰੇ ਨਾਲ ਵੀ ਕਿਸੇ ਲੋਕ ਦੀ ਨਾਰਾਜ਼ਗੀ ਹੋਵੇਗੀ, ਜਿਨ੍ਹਾਂ ਪਿੰਡਾਂ ਵਿੱਚ ਮੈਂ ਵਿਚ ਰਿਹਾ, ਵਧੀਆ ਤਰੀਕੇ ਨਾਲ ਵਿਚ ਰਿਹਾ, ਜਿਨ੍ਹਾਂ ਨੇ ਮੇਰੇ ਤੋਂ ਕੰਮ ਲਏ ਆ, ਜਿਹੜੇ ਭਾਈਚਾਰੇ ਨੇ ਮੈਨੂੰ ਜਿੱਥੇ ਵੀ ਲੋੜ ਪਈ ਮੈਂ ਉਹਨਾਂ ਕੋਲ ਪਹੁੰਚਾਂ, ਉਹ ਮੇਰੇ ਹੱਕ ਵਿੱਚ ਹੀ ਵੋਟ ਭੁਗਤਾਉਣਗੇ ਕਿਉਂਕਿ ਮੈਂ ਉਹਨਾਂ ਦੇ ਕੰਮ ਕੀਤੇ ਆ। ਹੋ ਸਕਦਾ ਮੇਰੇ ਤੋਂ ਵੀ 2-4% ਨਾਰਾਜ਼ ਹੋਣਗੇ ਲੋਕ, ਪਰ ਚੌਧਰੀ ਸਾਹਿਬ ਦੇ ਇੱਥੇ ਹਲਕੇ 'ਚ ਨਾ ਰਹਿਣ ਕਰਕੇ ਜਾਂ ਪਿਛਲੀਆਂ ਕੁਛ ਇਹਨਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਲੋਕ ਇਹਨਾਂ ਨਾਲ ਨਾਰਾਜ਼ ਆ, ਇਹਨਾਂ ਤੋਂ ਦੂਰ ਹੋਏ ਆ। ਇਸੇ ਕਰਕੇ ਨਹੀਂ ਤਾਂ ਕੋਈ ਵੀ ਇੱਦਾਂ ਨਹੀਂ ਹੁੰਦਾ। ਹਰੇਕ ਹਲਕੇ ਦੇ ਵਿੱਚ ਜਿਹੜਾ ਵੀ ਕੋਈ MLA ਹੁੰਦਾ ਆ, ਉਹ ਚਾਹੁੰਦਾ ਹੁੰਦਾ ਵੀ ਮੈਂ ਆਪਣੇ ਜਿਹੜੇ ਹਲਕੇ ਦੇ ਵਰਕਰ ਆ ਜਾਂ ਹਲਕੇ ਦੇ ਜੋ ਵੀ ਸਾਡੇ ਆਪਣੇ ਭਾਈਚਾਰੇ ਦੇ ਲੋਕ ਆ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂ। ਪਰ ਇਹਨਾਂ ਦਾ 4.5 ਸਾਲ ਇੱਥੇ ਨਾ ਰਹਿਣਾ ਲੋਕਾਂ ਵਿੱਚ ਨਾਰਾਜ਼ਗੀ ਵੀ ਆ, ਨਿਰਾਸ਼ਾ ਵੀ ਆ ਵੀ ਉਸ ਟਾਈਮ ਅਸੀਂ ਕਦੀ ਕਿਸੇ ਕੋਲ ਜਾਂਦੇ ਸੀ ਦੂਰ ਦੂਰ, ਕਦੀ ਕਿਸੇ ਤੋਂ ਕੰਮ ਕਰਵਾਉਂਦੇ ਸੀ, ਪਰ ਮੇਰੇ ਲੈਵਲ 'ਤੇ ਜਿੰਨੇ ਵੀ ਹੋ ਸਕਦੇ ਸੀ ਮੈਂ ਆਪਣੇ ਲੈਵਲ 'ਤੇ ਜ਼ਰੂਰ ਕੰਮ ਕਰਾਏ, ਉਹਨਾਂ ਲੋਕਾਂ ਦਾ ਸਾਥ ਦਿੱਤਾ। ਇਸ ਕਰਕੇ ਲੋਕਾਂ ਦਾ ਅੱਜ ਮੇਰੇ ਨਾਲ ਪਿਆਰ ਆ, ਉਹਨਾਂ ਦੀ ਪਿਆਰ ਦੀ ਬਦੌਲਤ ਇਹ ਅੱਜ ਮੈਂ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੇਰਾ ਹੱਕ ਬਣਦਾ ਸੀ, ਇਸ ਕਰਕੇ ਅੱਜ ਮੈਂ ਜਿਹੜੀ ਨਾਮਜ਼ਦਗੀ ਕੀਤੀ ਆ ਆਜ਼ਾਦ ਕੈਂਡੀਡੇਟ ਵਜੋਂ। 2017 ਤੋਂ ਗੱਲ ਕਰੀਏ ਜਦੋਂ ਆਪਣੇ ਸੂੰਢ ਸਾਹਿਬ MLA, ਉਸ ਤੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆਈ ਜਾਂ 17 ਦੀ ਇਲੈਕਸ਼ਨ ਆਈ ਆ, ਬੰਗਾ ਦੇ ਵਿੱਚ ਕਾਂਗਰਸ ਬਿਲਕੁਲ ਜਿਹੜੀ ਆ ਇੱਕ ਜ਼ੀਰੋ ਗਰਾਊਂਡ 'ਤੇ ਚਲੀ ਗਈ ਸੀ, ਕਿਉਂਕਿ ਸਤਨਾਮ ਸਿੰਘ ਕੈਂਥ ਜਿਹੜਾ ਬਹੁਤ ਘੱਟ ਵੋਟਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਸੀਆਂ। ਇੱਥੇ ਦੀ ਕਮਾਂਡ ਜਿਹੜੀ ਸੀ ਸਤਵੀਰ ਸਿੰਘ ਪੱਲੀ ਚਿੱਕੀ ਨੂੰ ਦਿੱਤੀ ਗਈ ਸੀ। ਸਤਵੀਰ ਸਿੰਘ ਪੱਲੀ ਚਿੱਕੀ ਤੋਂ ਬਾਅਦ ਇੱਥੇ ਗੁੱਟਬਾਜੀ ਵੇਖਣ ਨੂੰ ਜ਼ਿਆਦਾ ਮਿਲੀ ਹੈ, ਕਿਉਂਕਿ ਕੈਂਥ ਦਾ ਅੱਡ ਹੋਣਾ, ਹੋਰ ਬਹੁਤ ਸਾਰੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰੇ ਜਿਹੜੇ ਆਗੂ ਸੀ ਕਾਂਗਰਸ ਪਾਰਟੀ ਦੇ ਅੱਡ ਹੋ ਗਏ, ਆਪਣੇ ਆਪਣੀ ਆਰਾਮਾਂ 'ਤੇ ਚੱਲ ਪਏ। ਸਤਵੀਰ ਦੀ ਜਿਹੜੀ ਦੇਖ ਰੇਖ ਕਮਾਂਡ ਸੀ ਲੱਗਦਾ ਵੀ ਉਹ ਫਲੋਪ ਗਈ ਆ, ਉਹਦਾ ਨਤੀਜਾ ਜਿਹੜਾ ਅੱਜ ਭੁਗਤਣ ਪੈ ਰਿਹਾ। ਸਰ ਉਸ ਟਾਈਮ ਇਸ ਤਰ੍ਹਾਂ ਹੁੰਦਾ ਆ ਵੀ ਜਦੋਂ ਸਰਦਾਰ ਸਤਨਾਮ ਸਿੰਘ ਜੀ ਕੈਂਥ ਜੀ ਉਹਨਾਂ ਨੂੰ ਵੀ ਐਨ ਮੌਕਾ ਦੇ ਵੋਟਾਂ ਦੇ ਟਾਈਮ ਹੀ ਉਹਨਾਂ ਨੂੰ ਇੱਥੇ ਲਿਆਂਦਾ ਗਿਆ, ਜਦ ਕਿ ਉਹ ਪਹਿਲਾਂ ਇੱਥੋਂ ਕਾਫੀ ਸਮਾਂ ਪਹਿਲਾਂ ਇੱਥੋਂ MLA ਵੀ ਔਰ MP ਵੀ ਰਹੇ ਆ, ਪਰ ਉਹਨਾਂ ਦਾ ਲੋਕਾਂ ਨਾਲ ਕੰਟੈਕਟ ਟੁੱਟ ਚੁੱਕਾ ਸੀਗਾ। ਉਹ ਜਿਹੜਾ 2017 ਵਿੱਚ ਫੈਸਲਾ ਸੀ ਹਾਈ ਕਮਾਂਡ ਦਾ, ਉਹ ਵੀ ਗਲਤ ਸੀ, ਕਿਉਂਕਿ ਉਹਨਾਂ ਨੂੰ ਆਦਮਪੁਰ ਤੋਂ ਲਿਆਂਦਾ, ਉਹਨੇ ਆਦਮਪੁਰ ਵਰਕ ਕੀਤਾ ਸੀਗਾ। ਅਗਰ ਉਹਨਾਂ ਨੂੰ ਉਸ ਟਾਈਮ ਵਰਕ ਉੱਥੇ ਉਹਨਾਂ ਦੇ ਵਰਕ ਦੇ ਅਨੁਸਾਰ 2017 ਵਿੱਚ ਉਹਨਾਂ ਨੂੰ ਆਦਮਪੁਰ ਤੋਂ ਹੀ ਲੜਾਇਆ ਜਾਂਦਾ ਤਾਂ ਉਹ ਆਦਮਪੁਰ ਤੋਂ ਜਿੱਤ ਸਕਦੇ ਸੀ। ਉਹਨਾਂ ਦਾ ਜਿੱਤ ਇੱਥੋਂ ਵੀ ਨਾ ਅਸੀਂ ਸੀਟ ਕੱਢ ਸਕੇ, ਨਾ ਅਸੀਂ ਆਦਮਪੁਰ ਤੋਂ ਸੀਟ ਕੱਢੀ। ਇਹ ਕਈ ਵਾਰੀ ਹਾਈ ਕਮਾਂਡ ਦੀਆਂ ਗਲਤੀਆਂ ਹੋ ਜਾਂਦੀਆਂ, ਕਈ ਵਾਰੀ ਰਿਪੋਰਟ ਕੁਛ ਹੁੰਦੀ ਆ ਹੋਰ ਹੁੰਦੀ ਗਰਾਊਂਡ ਦੀ, ਉੱਪਰ ਕੋਈ ਰਿਪੋਰਟ ਹੋਰ ਪਹੁੰਚ ਜਾਂਦੀ ਆ। ਇਸ ਵਾਰ ਵੀ ਇਹੀ ਜਿਹੜੀ ਗਲਤੀ ਹੈ ਇਹ ਜਿਹੜੀ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਜਿਹੜੀ ਆ ਇਹ ਦੁਹਰਾਈ ਆ। ਲੋਕਾਂ ਦੇ ਨਾਰਾਜ਼ਗੀ ਦੇ ਬਾਵਜੂਦ ਜਿਹੜਾ ਇੱਥੇ ਕੈਂਡੀਡੇਟ ਦਿੱਤਾ ਗਿਆ ਆ, ਉਹ ਇਸ ਵਾਰ ਵੀ ਸਾਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਉਹ ਨਤੀਜੇ ਭੁਗਤਣੇ ਪੈਣਗੇ, ਕਿਉਂਕਿ ਜਿਹੜੀ
ਗਲਤ ਟਿਕਟ ਦੀ ਵੰਡ ਆ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ। ਤੁਸੀਂ ਹੁਣ ਅੱਜ ਆਜ਼ਾਦ ਉਮੀਦਵਾਰ ਤੌਰ ਤੇ ਪੇਪਰ ਨਾਮਜ਼ਦ ਕਰਤੇ ਤੇ 4 ਤਰੀਕ ਨੂੰ ਜਿਹੜੀ ਵਾਪਸੀ ਹੋਣੀ ਹੈ। ਕੱਲ੍ਹ ਨੂੰ ਹਾਈ ਕਮਾਂਡ ਤੁਹਾਨੂੰ ਕਹਿੰਦੀ ਹੈ ਕਿ ਨਹੀਂ ਕਮਲਜੀਤ ਜੀ ਆਪਣਾ ਨਾਮ ਪੱਤਰ ਵਾਪਸ ਲੈ ਲਓ, ਜਾਂ ਤੁਹਾਡੇ ਕੋਲ ਸੂਣ ਸਾਹਿਬ ਆ ਕੇ ਤੁਹਾਨੂੰ ਕਹਿੰਦੇ ਨਹੀਂ ਭਾਜੀ ਨਾਲ ਚੱਲੋ, ਕੀ ਹਾਈ ਕਮਾਂਡ ਜਾਂ ਸੂਣ ਸਾਹਿਬ ਦੀ ਮੰਨੋਗੇ? ਦੇਖੋ ਸੂਣ ਸਾਹਿਬ ਮੇਰੇ ਕੋਲ ਗਏ ਸੀ ਜਿੱਦਣ ਉਹਨਾਂ ਨੂੰ ਨਾਮ ਉਹਨਾਂ ਦਾ ਲਿਸਟ ਵਿੱਚ ਆਇਆ ਵੀ ਬੰਗਾ ਹਲਕੇ ਤੋਂ ਚੌਧਰੀ ਤਰਲੋਚਨ ਸਿੰਘ ਸੂਣ ਜੀ ਉਹਨਾਂ ਨੂੰ ਕੈਂਡੀਡੇਟ ਬਣਾਇਆ ਗਿਆ। ਮੇਰੇ ਕੋਲ ਆਏ ਸਨ ਘਰ, ਉਹਨਾਂ ਨੂੰ ਵੀ ਪਤਾ ਸੀ ਵੀ ਕਮਲਜੀਤ ਬੰਗਾ ਵੀ ਟਿਕਟ ਲਈ ਦਾਅਵੇਦਾਰ ਸੀਗਾ, ਅਤੇ ਉਹ ਮੇਰੇ ਕੋਲ ਆਏ ਵੀ। ਚਲੋ ਮੈਂ ਵੀ ਉਹਨਾਂ ਨੂੰ ਕਿਹਾ ਸੀ, ਭਰੋਸਾ ਦਿੱਤਾ ਸੀ ਵੀ ਮੈਂ ਪਾਰਟੀ ਦੇ ਨਾਲ ਹੀ ਰਹਾਂਗਾ। ਪਰ ਜਿਹੜੇ ਕੁਛ ਉਹਨਾਂ ਦੇ ਅੱਗੇ ਪਿੱਛੇ ਚੱਲਣ ਵਾਲੇ ਬੰਦੇ ਆ ਉਹ ਇਵੇਂ ਹੈਂਕੜਬਾਜੀ ਦਿਖਾ ਰਹੇ ਆ ਵੀ ਜਿਵੇਂ ਉਹਨਾਂ 5 7 ਜਾਂ 10 ਬੰਦਿਆਂ ਨੇ ਹੀ ਚੌਧਰੀ ਸਾਹਿਬ ਨੂੰ ਜਿਤਾ ਦੇਣਾ ਆ। ਦੇਖੋ ਪਾਰਟੀ ਇੱਕ ਵਰਕਰ ਇੱਕ ਵੋਟ ਦੇ ਨਾਲ ਹੀ ਕੋਈ ਕੈਂਡੀਡੇਟ ਜਿੱਤ ਸਕਦਾ ਆ, ਹੈ ਨਾ। ਹਰੇਕ ਇਨਸਾਨ ਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਜੇ ਅਸੀਂ 10 ਬੰਦੇ ਉਹਦੀ ਸਪੋਰਟਰ ਹੈਗੇ ਆ ਵੀ ਅਸੀਂ ਇਹਨਾਂ ਨੂੰ ਜਿਤਾ ਦੇਵਾਂਗੇ। ਦੇਖੋ ਆਪਾਂ ਨੂੰ ਇਸ ਟਾਈਮ ਜੋ ਜਿਵੇਂ ਲਗਭਗ ਮੈਨੂੰ ਲੱਗਦਾ 5 ਜਾਂ 6 ਪਾਰਟੀਆਂ ਇਸ ਟਾਈਮ ਹੋਣਗੀਆਂ, ਲੋਕਾਂ ਦੀ ਚੋਇਸ ਬਹੁਤ ਵੱਧ ਗਈ ਆ ਕਿਉਂਕਿ ਜਿਹੜਾ ਵੋਟ ਮਾਰਜਨ ਆ ਬਹੁਤ ਘੱਟ ਰਹਿਣਾ। ਸਾਨੂੰ ਇੱਕ ਵੋਟ ਦੀ ਲੋੜ ਆ, ਔਰ ਜਿਹੜੇ ਵਰਕਰ ਮੋਹਰੇ ਹੋ ਕੇ ਤੁਰਦੇ ਆ ਅਗਰ ਉਹਨਾਂ ਨੂੰ ਅਸੀਂ ਟਾਈਮ ਦੇ ਨਾਲ ਉਹਨਾਂ ਨੂੰ ਭਰੋਸੇ ਵਿੱਚ ਨਾ ਲਿਆ ਤੇ ਸਾਡੇ ਪਾਰਟੀ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਊਗਾ। ਇਹੀ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਵੱਖ ਦੇਖੋ ਜਿਵੇਂ ਨਵਾਂ ਸ਼ਹਿਰ ਤੋਂ ਸੀ ਸਰਦਾਰ ਅੰਗਦ ਸਿੰਘ ਸੈਣੀ ਨੇ ਬਹੁਤ ਕੰਮ ਕੀਤਾ ਸੀ। ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਕਿਉਂ ਟਿਕਟ ਕੱਟੀ ਹੈ, ਕਿਉਂ ਨਹੀਂ ਕੀਤੀ, ਕਿਉਂਕਿ ਹਾਈ ਕਮਾਂਡ ਦਾ ਫੈਸਲਾ ਆ, ਹੈ ਨਾ। ਪਰ ਇਸ ਤਰ੍ਹਾਂ ਦੇ ਜੇ ਅਸੀਂ ਰੋਜ਼ ਦਿਨ ਪਰ ਦਿਨ ਇਸ ਤਰ੍ਹਾਂ ਦੇ ਫੈਸਲੇ ਕਰਦੇ ਜਾਵਾਂਗੇ, ਜਿਹੜਾ ਕਾਂਗਰਸ ਪਾਰਟੀ ਆ ਇਹ ਕੱਲ੍ਹ ਨੂੰ ਸਾਨੂੰ ਹੋ ਸਕਦਾ ਹੈ ਬਈ ਸਾਨੂੰ 30 ਜਾਂ 40 ਸੀਟਾਂ ਵੀ ਨਹੀਂ ਮਿਲਣਗੀਆਂ। ਇਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਆ। ਅਗਰ ਤੁਸੀਂ ਕੈਂਡੀਡੇਟ ਉਸ ਹਲਕੇ ਦੇ ਮੁਤਾਬਕ, ਉਸ ਹਲਕੇ ਦੇ ਲੋਕਾਂ ਦੇ ਰਾਏ ਦੇ ਮੁਤਾਬਕ ਤੁਸੀਂ ਕੈਂਡੀਡੇਟ ਦਿਓਗੇ ਤਾਂ ਪਾਰਟੀ ਨੂੰ ਨੁਕਸਾਨ ਨਹੀਂ, ਫਾਇਦਾ ਹੋਵੇਗਾ। ਅਗਰ ਤੁਹਾਡਾ ਫੈਸਲਾ ਨਹੀਂ ਬਦਲਿਆ ਜਾਂਦਾ, ਤੁਸੀਂ ਤਤਪਰ ਰਹਿੰਦੇ ਹੋ ਆਪਣੇ ਆਜ਼ਾਦ ਉਮੀਦਵਾਰ ਤੇ ਟਿਕਟ ਇਲੈਕਸ਼ਨ ਲੜਦੇ ਹੋ, ਤਾਂ ਕੀ ਏਜੰਡੇ ਰਹਿਣਗੇ ਤੁਹਾਡੇ ਖਾਸ ਤੌਰ? ਦੇਖੋ ਮੇਰਾ ਤਾਂ ਪਹਿਲਾਂ ਵੀ ਇੱਥੇ ਮੈਂ ਜਿਸ ਟਾਈਮ ਦਾ ਇੱਥੇ ਆਇਆ ਮੇਰਾ ਬਹਿਰਾਮ ਵਿਖੇ ਆਫਿਸ ਹੈਗਾ ਆ, ਅਤੇ ਮੈਂ ਤਾਂ ਆਮ ਲੋਕਾਂ 'ਚ ਵਿਚਰਦਾ, ਆਮ ਲੋਕਾਂ ਦੇ ਘਰਾਂ 'ਚ ਜਿਹੜਾ ਵੀ ਮੈਨੂੰ ਕੋਈ ਕਿਸੇ ਵੇਲੇ ਵੀ ਕੋਈ ਕਾਲ ਕਰਦਾ ਆ, ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਆ, ਮੈਂ ਉੱਥੇ ਹਰ ਵੇਲੇ ਉਹ ਜਿਹੜੀਆਂ ਸੇਵਾਵਾਂ ਨਿਭਾਉਣਾ ਆ। ਔਰ ਦੇਖਦੇ ਹਾਂ ਹਜੇ ਮੈਂ ਹਾਈ ਕਮਾਂਡ ਜਿਵੇਂ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ, ਕਦੇ ਵੀ ਬੰਦਾ ਪਾਰਟੀ ਤੋਂ ਬਾਹਰ ਜਾ ਕੇ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਵੱਡੀ ਲੀਡ ਨਾਲ ਜੋ ਅੱਜ ਦੇ ਮੁਤਾਬਕ ਜਿੱਤ ਪਾਊਂਗਾ। ਪਰ ਮੈਂ ਨਾਰਾਜ਼ਗੀ ਵਜੋਂ ਅੱਜ ਨਾਮਜ਼ਦਗੀ ਜ਼ਰੂਰ ਕੀਤੀ ਆ। ਅਗਰ ਹਾਈ ਕਮਾਂਡ ਨੇ ਮੈਨੂੰ ਭਰੋਸੇ ਵਿੱਚ ਲੈਣਗੇ ਕਿਸੇ ਗੱਲੋਂ ਤਾਂ ਠੀਕ ਹੈ, ਜੇ ਨਹੀਂ ਤਾਂ ਫਿਰ ਜੋ ਵੀ ਹੋਊਗਾ ਫਿਰ ਜਾਂ ਤਾਂ ਖੜੇ ਆ ਲੜਾਂਗੇ ਵੀ। ਇਹ ਸਨ ਕਮਲਜੀਤ ਸਿੰਘ ਬੰਗਾ, ਜ਼ਿਲ੍ਹਾ ਪ੍ਰੀਸ਼ਦ ਔਰ ਐਸਸੀ ਪੰਜਾਬ ਐਸਸੀ ਸੈੱਲ ਦੇ ਜਿਹੜੇ ਜਨਰਲ ਸਕੱਤਰ, ਜਿਨ੍ਹਾਂ ਨੇ ਅੱਜ ਹਾਈ ਕਮਾਂਡ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਤੌਰ ਤੇ ਜਿਹੜੇ ਆਪਣੇ ਪੇਪਰ ਨਾਮਜ਼ਦ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਦਾਅਵੇਦਾਰੀ ਜੋ ਇੱਥੇ ਸਰਵੇ ਕਰਵਾਇਆ ਗਿਆ ਸੀ ਉਹ ਦਾਅਵੇਦਾਰੀ ਪੱਕੀ ਬਣਦੀ ਸੀ, ਲੇਕਿਨ ਫਿਰ ਵੀ ਜਿਹੜਾ ਕੈਂਡੀਡੇਟ ਤਰਲੋਚਨ ਸਿੰਘ ਸੂਣ ਨੂੰ ਦਿੱਤਾ ਗਿਆ ਉਹਨੂੰ ਬੰਗਾ ਦੇ ਵੋਟਰ ਜਿਹੜਾ ਪਸੰਦ ਨਹੀਂ ਕਰਦੇ। ਅਗਰ ਫਿਰ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਹਾਈ ਕਮਾਂਡ ਉਹਨਾਂ ਨੂੰ ਕਿਸੇ ਗੱਲ ਦਾ ਭਰੋਸਾ ਦਿੰਦੀ ਹੈ ਤਾਂ ਉਹ ਸੋਚਣਗੇ ਔਰ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਹਮਾਇਤ ਵੀ ਕਰਨਗੇ।